ਅਸੀਂ ਅੱਜ ਜਿਹੜਾ ਚੈਪਟਰ ਕਰਨ ਜਾ ਰਹੇ ਹਾਂ ਬੇਟਾ, ਉਹ ਹੈ ਸਾਡਾ ਪ੍ਰਿੰਸੀਪਲਸ ਆਫ ਮੈਨੇਜਮੈਂਟ। ਠੀਕ ਹੈ, ਮੈਨੇਜਮੈਂਟ ਦੇ ਪ੍ਰਿੰਸੀਪਲਸ। ਬੇਟੀ ਮੈਨੇਜਮੈਂਟ ਦੇ ਪ੍ਰਿੰਸੀਪਲਸ ਕਰਨ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਿੰਸੀਪਲਸ ਕੀ ਹੁੰਦੇ ਆ। ਦੇਖੋ, ਇੱਕ ਤਾਂ ਪ੍ਰਿੰਸੀਪਲ ਹੁੰਦੇ ਜਿਹੜੇ ਸਕੂਲ ਦੇ ਪ੍ਰਿੰਸੀਪਲ, ਉਹਨਾਂ ਦੀ ਸਪੈਲਿੰਗ ਤੁਹਾਨੂੰ ਪਤਾ ਵੀ PAL ਹੁੰਦਾ। ਇੱਥੇ ਕੀ ਹੈ, PLES। ਠੀਕ ਹੈ, ਪ੍ਰਿੰਸੀਪਲਸ ਦਾ ਮਤਲਬ ਹੈ ਕਿ ਕੁਝ ਰੂਲਸ, ਰੈਗੂਲੇਸ਼ਨਸ, ਗਾਈਡਲਾਈਨਸ। ਠੀਕ ਹੈ, ਇੱਥੇ ਤੁਹਾਡਾ ਪ੍ਰਿੰਸੀਪਲਸ ਤੋਂ ਮਤਲਬ ਇਹ ਹੋਏਗਾ। ਜਿਵੇਂ ਇੱਕ ਪ੍ਰਿੰਸੀਪਲ, ਤੁਸੀਂ ਪ੍ਰਿੰਸੀਪਲ ਆਫ ਗ੍ਰੈਵਿਟੀ ਪੜਿਆ ਹੋਇਆ, ਨਿਊਟਨ ਦਾ ਸੀਗਾ। ਠੀਕ ਹੈ, ਛੋਟੇ ਹੁੰਦਿਆਂ ਵੀ ਤੁਸੀਂ ਸੁਣਿਆ ਹੋਏਗਾ ਸਾਇੰਸ ਦੇ ਵਿੱਚ ਕਿ ਜਿਹੜੀ ਧਰਤੀ ਹੈਗੀ ਆ, ਉਹ ਸਾਰਾ ਕੁਝ, ਸਾਰੀ ਚੀਜ਼ਾਂ ਨੂੰ ਆਪਣੇ ਵੱਲ ਜਿਹੜਾ ਹੈ ਅਟਰੈਕਟ ਕਰਦੀ ਹੈ, ਖਿੱਚਦੀ ਹੈ। ਠੀਕ ਹੈ, ਜਿਹਨੂੰ ਤੁਸੀਂ ਲਾ ਆਫ ਗ੍ਰੈਵਿਟੀ ਕਹਿੰਦੇ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰਿੰਸੀਪਲਸ ਹੁੰਦੇ ਆ। ਠੀਕ ਹੈ, ਜਿਹਨਾਂ ਦਾ ਮਤਲਬ ਵੀ ਇਹੀ ਹੁੰਦਾ ਕਿ ਜਿਵੇਂ ਤੁਸੀਂ ਬਾਰ-ਬਾਰ ਕਿਸੇ ਚੀਜ਼ ਨੂੰ ਓਬਜ਼ਰਵ ਕੀਤਾ, ਦੇਖਿਆ, ਨੋਟ ਕੀਤਾ, ਤਾਂ ਇੱਕ ਤਰ੍ਹਾਂ ਨਾਲ ਉਹ ਰੂਲ ਹੀ ਬਣ ਜਾਂਦਾ। ਫਿਰ ਨੈਕਸਟ ਕੋਲ ਉਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਤਾਂ ਤੁਹਾਨੂੰ ਪਤਾ ਲੱਗਦਾ ਵੀ ਇਹਦਾ ਰਿਜ਼ਲਟ ਕੀ ਹੋਊਗਾ। ਮਤਲਬ ਇੱਕ ਪਹਿਲਾਂ ਕੋਈ ਕਾਰਨ ਬਣਦਾ, ਫਿਰ ਉਹਦਾ ਜੋ ਅਸਰ ਹੋਏਗਾ ਉਹ ਤੁਹਾਨੂੰ ਪਤਾ ਹੁੰਦਾ। ਠੀਕ ਹੈ, ਜਿਵੇਂ ਕਿ ਤੁਸੀਂ ਬਾਲ ਨੂੰ ਜਿਹੜਾ ਹੈ ਉੱਪਰ ਨੂੰ ਜ਼ੋਰ ਨਾਲ ਗੇਰਿਆ, ਤੁਹਾਨੂੰ ਪਤਾ ਹੈ ਕਿ ਇਹਨੇ ਕਿੱਥੇ ਆਣਾ, ਧਰਤੀ ਵੱਲ ਹੇਠਾਂ ਨੂੰ ਹੀ ਆਣਾ। ਠੀਕ ਹੈ, ਦੈਟ ਇਜ਼ ਲਾ ਆਫ ਗ੍ਰੈਵਿਟੀ, ਹੈ ਨਾ। ਤਾਂ ਇਸੇ ਤਰ੍ਹਾਂ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ, ਦੇਖੋ ਪ੍ਰਿੰਸੀਪਲਸ ਬਣੇ ਨੇ ਉਹ ਕਿ ਮੈਨੇਜਮੈਂਟ ਨੂੰ ਕੋਈ ਵੀ ਪ੍ਰੋਬਲਮਸ ਆਉਂਦੀਆਂ ਨੇ, ਮੈਨੇਜਮੈਂਟ ਨੇ ਡਿਫਰੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਕੰਮ ਕਰਨਾ ਹੁੰਦਾ, ਡਿਫਰੈਂਟ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ ਜਾਂ ਕੋਈ ਡਿਸੀਜਨਸ ਲੈਣ ਵਾਸਤੇ ਜਿਹੜੇ ਆ ਪ੍ਰਿੰਸੀਪਲਸ ਬਣੇ ਆ ਮੈਨੇਜਮੈਂਟ ਦੇ। ਬਣੇ ਕਿਵੇਂ ਹੈ? ਜਿਵੇਂ ਜਦੋਂ ਤਾਂ ਬੇਟੇ ਕੰਮ ਬਹੁਤ ਛੋਟਾ ਸੀ, ਬਿਜ਼ਨਸ ਬਹੁਤ ਛੋਟਾ ਸੀ, ਤਾਂ ਫਿਰ ਕੁਝ ਵੀ ਮੈਨੇਜ ਕਰਨ ਦੇ ਵਿੱਚ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਆਉਂਦੀ। ਜਿਵੇਂ ਘਰ ਦੇ ਵਿੱਚ ਤੁਸੀਂ 3-4 ਜਣੇ ਹੋ ਤੇ ਘਰ ਨੂੰ ਮੈਨੇਜ ਕਰਨਾ ਕੋਈ ਬਹੁਤਾ ਮੁਸ਼ਕਿਲ ਨਹੀਂ ਹੁੰਦਾ। ਠੀਕ ਹੈ, ਤਾਂ ਜੇ ਕੋਈ ਕੰਮ ਕਰਨਾ ਹੋਏ, ਕੋਈ ਆਪਾਂ ਏਮ ਮਿੱਥ ਲਈਏ, ਤਾਂ ਸਾਰੇ ਰਲ ਕੇ ਕਰ ਲੈਂਦੇ ਆ, ਤੇ ਬਸ ਸਾਹਮਣੇ ਹੀ ਸਾਰੇ ਬੈਠੇ ਹੁੰਦੇ ਆ, ਇੱਕ ਦੂਜੇ ਨੂੰ ਦੇਖ ਰਹੇ ਹੁੰਦੇ ਆ, ਸਾਰੇ ਕੰਮ ਵੰਡ ਲੈਂਦੇ ਆ। ਜੇ ਇੱਕ ਤੋਂ ਨਹੀਂ ਹੋ ਰਿਹਾ ਤਾਂ ਦੂਜਾ ਉਹਦੀ ਹੈਲਪ ਕਰ ਦਿੰਦਾ। ਠੀਕ ਹੈ, ਬਟ ਜਦੋਂ ਇਹੀ ਤੁਸੀਂ ਜਿਵੇਂ ਇੱਕ ਇੰਡੀਆ ਲੈਵਲ ਦੇ ਉੱਤੇ ਜੇ ਦੇਖਿਆ ਜਾਏ, ਜਾਂ ਪੂਰੇ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਸਾਰੇ ਘਰਾਂ ਨੂੰ ਤੁਸੀਂ ਮੈਨੇਜ ਕਰਨਾ ਹੈ ਨਾ, ਸਾਰੇ ਬੰਦਿਆਂ ਨੇ ਰਲ ਕੇ ਕੋਈ ਜਿਹੜਾ ਹੈ ਪਿੰਡ ਦੇ ਲਈ ਕੰਮ ਕਰਨਾ, ਤਾਂ ਫਿਰ ਹੁਣ ਗਿਣਤੀ ਬਹੁਤ ਜ਼ਿਆਦਾ ਹੋਗੀ, ਕੰਮ ਵੀ ਵੱਡਾ ਹੋਊਗਾ। ਜੇ ਪੂਰੇ ਪਿੰਡ ਲਈ ਕਰਨਾ ਤਾਂ ਉਹਦੇ ਵਿੱਚ ਜਿਹੜਾ ਹੈ ਪ੍ਰਬੰਧ ਕਰਨ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਵੀ ਆਉਣਗੀਆਂ, ਕੁਝ ਡਿਸੀਜਨਸ ਲੈਣੇ ਪੈਣਗੇ, ਕੁਝ ਐਕਟਿਵ ਹੋਣਾ ਪਏਗਾ। ਤਾਂ ਜਿਹੜਾ ਵੀ ਬੰਦਾ ਉਹਨੂੰ ਉਸ ਕੰਮ ਨੂੰ ਮੈਨੇਜ ਕਰ ਰਿਹਾ ਹੋਏਗਾ, ਤਾਂ ਉਹਨੂੰ ਕੁਝ ਨਾ ਕੁਝ ਗਾਈਡਲਾਈਨਸ ਚਾਹੀਦੀਆਂ, ਹੈਲਪ ਚਾਹੀਦੀ ਹੈਗੀ ਹੈ। ਠੀਕ ਹੈ, ਤਾਂ ਜਦੋਂ ਵੀ ਕੰਮ ਵੱਡਾ ਹੋਏਗਾ ਤਾਂ ਸਾਨੂੰ, ਜਿਵੇਂ ਸ਼ੁਰੂ ਦੇ ਵਿੱਚ ਜਦੋਂ ਬਿਜ਼ਨਸ ਛੋਟਾ ਸੀ ਤਾਂ ਬਹੁਤੇ ਪ੍ਰਿੰਸੀਪਲਸ ਦੀ ਲੋੜ ਨਹੀਂ ਪਈ, ਲੇਕਿਨ ਜਿਵੇਂ ਬਿਜ਼ਨਸ ਵੱਧਦਾ ਚਲਾ ਗਿਆ, ਕੰਮ ਵੱਧਦੇ ਚਲੇ ਗਏ, ਇੱਕ ਫੈਕਟਰੀ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੋਣ ਲੱਗ ਕੇ, ਬਹੁਤ ਸਾਰੇ ਪ੍ਰੋਡਕਟਸ, ਔਰ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ, ਤਾਂ ਉੱਥੇ ਫਿਰ ਕੰਮ ਕਰਨ ਵਾਲੇ ਵੀ ਬਹੁਤ ਜ਼ਿਆਦਾ, ਤਾਂ ਮੈਨੇਜਮੈਂਟ ਨੂੰ ਤੋਂ ਫਿਰ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਆ ਵੀ ਦੇਖੇ। ਮੈਨੇਜਮੈਂਟ ਦੇ ਜਿਹੜੇ ਕੰਮ ਸੀਗੇ ਉਹ ਵੀ ਗਿਣਤੀ ਉਹਨਾਂ ਦੀ ਵੀ ਵੱਧਦੀ ਚਲੀ ਗਈ, ਤਾਂ ਮੈਨੇਜਮੈਂਟ ਵਾਸਤੇ ਵੀ ਬਹੁਤ ਸਾਰੀਆਂ ਸਿਰਦਰਦੀਆਂ ਹੋ ਗਈਆਂ। ਤਾਂ ਫਿਰ ਜਿਹੜੇ ਲੋਕ ਜਿਹੜੇ ਸੀਗੇ ਇਹਨਾਂ ਵੱਡੇ ਬਿਜ਼ਨਸ ਦੇ ਵਿੱਚ ਕੰਮ ਕਰ ਰਹੇ ਸੀ, ਜਾਂ ਬਿਜ਼ਨਸ ਦੇ ਵਿੱਚ ਜਿੰਨੇ ਵੀ ਪ੍ਰਬੰਧ ਕਰ ਰਹੇ ਸੀ, ਤਾਂ ਉਹਨਾਂ ਲਈ ਦਿੱਕਤ ਆਈ। ਤਾਂ ਜਦੋਂ ਉਹਨਾਂ ਨੇ ਲੰਬੇ ਸਮੇਂ ਤੇ ਕੰਮ ਕੀਤਾ ਤਾਂ ਉਹਨਾਂ ਨੇ ਦੇਖਿਆ ਵੀ ਕਿਹੜੀ ਪ੍ਰੋਬਲਮ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਦੇ ਚਾਹੀਦੇ ਨੇ। ਉਹਨਾਂ ਨੇ ਫਿਰ ਕੀ ਕੀਤਾ, ਮੈਨੇਜਮੈਂਟ ਦੇ ਪ੍ਰਿੰਸੀਪਲਸ ਬਣਾਤੇ। ਜਿਵੇਂ ਮੈਂ ਤੁਹਾਨੂੰ ਹਰ ਰੋਜ਼ ਲੈਸਨਸ ਦੇ ਵਿੱਚ ਮੈਨੇਜਮੈਂਟ ਥਿੰਕਰਸ ਦੇ ਨਾਮ ਲੈਂਦੀ ਹਾਂ, ਜਿਵੇਂ ਹੈਨਰੀ ਫਿਓਲ ਦਾ ਮੈਂ ਨਾਮ ਲੈਂਦੀ ਹਾਂ। ਠੀਕ ਹੈ, ਹੈਨਰੀ ਫਿਓਲ ਦਾ ਨਾਮ ਲੈਂਦੀ ਹਾਂ। ਠੀਕ ਹੈ, ਟੇਲਰ ਦਾ ਨਾਮ ਲੈਂਦੀ ਹਾਂ। ਠੀਕ ਹੈ, ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਨੇ, ਇਸ ਤਰ੍ਹਾਂ ਦੇ ਹੋਰ ਵੀ ਥਿੰਕਰਸ ਨੇ, ਮੈਨੇਜਮੈਂਟ ਥਿੰਕਰਸ ਕਵਾਂਗੀ ਮੈਂ। ਇਹ ਲੰਬੇ ਸਮੇਂ ਤੱਕ ਜਿਹੜਾ ਸੀ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕੀਤਾ, ਤੇ ਫਿਰ ਉਹਨਾਂ ਨੇ ਮੈਨੇਜ ਕੀਤਾ, ਤੇ ਫਿਰ ਉਹਨਾਂ ਨੂੰ ਜੋ ਪ੍ਰੋਬਲਮਸ ਆ ਰਹੀਆਂ ਸੀ
ਉਹਨਾਂ ਨੇ ਜਦੋਂ ਬਾਰ-ਬਾਰ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਪਹਿਲਾਂ ਤਾਂ ਹਿੱਟ ਐਂਡ ਟ੍ਰਾਇਲ ਹੁੰਦਾ ਬੇਟੇ, ਵੀ ਏਦਾਂ ਕਰਕੇ ਦੇਖ ਲਓ ਠੀਕ ਹੋ ਜਾਊਗਾ, ਏਦਾਂ ਕਰਕੇ ਦੇਖ ਲਓ, ਫਿਰ ਏਦਾਂ ਨਹੀਂ, ਏਦਾਂ ਨਹੀਂ, ਏਦਾਂ। ਫਿਰ ਉਹਨਾਂ ਨੇ ਫਿਕਸ ਕਰ ਲਿਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣਗੀਆਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਇੱਕ ਖਾਸ ਇੱਕ ਤਰੀਕੇ ਦੇ ਨਾਲ ਜਿਹੜਾ ਹੈ ਸੋਲਵ ਕੀਤਾ ਜਾ ਸਕਦਾ ਹੈ। ਫਿਰ ਉਹ ਹੌਲੀ-ਹੌਲੀ ਉਹਨਾਂ ਨੂੰ ਕੀ ਕਰ ਦਿੱਤਾ, ਉਹਨਾਂ ਨੇ ਇਹ ਥਿਊਰੀ ਬਣਾ ਤੇ ਉਹਨਾਂ ਨੇ ਫਿਰ ਇਸ ਸੰਬੰਧੀ ਵਿੱਚ ਜਿਹੜਾ ਹੈਗਾ ਬੁੱਕਸ ਵਗੈਰਾ ਵੀ ਜਿਹੜੀਆਂ ਪ੍ਰਿੰਟ ਕਰ ਦਿੱਤੀਆਂ, ਪਬਲਿਸ਼ ਕਰ ਦਿੱਤੀਆਂ ਤੇ ਜਿਹੜੀਆਂ ਕਿ ਹੁਣ ਤੱਕ ਚੱਲ ਰਹੀਆਂ ਨੇ। ਇਸ ਤਰ੍ਹਾਂ ਨਹੀਂ ਹੈ ਕਿ ਜਿਹੜਾ ਹੈਗਾ ਇਹਨਾਂ 'ਚ ਚੇਂਜ ਨਹੀਂ ਆ ਰਹੀ, ਮਤਲਬ ਇਹ ਇੱਕ ਡਿਵੈਲਪਿੰਗ ਸਟੇਜ ਹੈ ਇਹਨਾਂ ਪ੍ਰਿੰਸੀਪਲਸ ਦੀ। ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਹੈਗੇ ਨੇ ਉਹ ਕੁਝ ਇਸ ਤਰ੍ਹਾਂ ਵੀ ਹੁੰਦੇ ਨੇ ਕਿ ਜਿਵੇਂ ਦੀ ਆਰਗੇਨਾਈਜੇਸ਼ਨ ਹੈ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਥੋੜਾ ਚੇਂਜ ਕਰਕੇ ਯੂਜ਼ ਕਰ ਲਿਆ ਜਾਂਦਾ ਹੈਗਾ। ਬੇਸਿਕਲੀ ਤਾਂ ਉਹ ਪ੍ਰਿੰਸੀਪਲਸ ਉਹੀ ਰਹਿੰਦੇ ਨੇ ਜੋ ਫਿਓਲ ਜਾਂ ਟੇਲਰ ਨੇ ਜਾਂ ਕਿਸੇ ਹੋਰ ਜਿਹੜਾ ਹੈਗਾ ਮੈਨੇਜਮੈਂਟ ਥਿੰਕਰ ਨੇ ਦਿੱਤੇ ਨੇ, ਜਿਹਨੇ ਮੈਨੇਜਮੈਂਟ ਬਾਰੇ ਸੋਚਿਆ। ਥਿੰਕ ਮਤਲਬ ਸੋਚਣਾ, ਥਿੰਕਰ ਜਿਹਨੇ ਜਿਹੜੇ ਹੈਗੇ ਨੇ, ਠੀਕ ਹੈ, ਉਹਨਾਂ ਨੂੰ ਫਿਰ ਚੇਂਜ ਕਰਕੇ ਥੋੜਾ ਬਹੁਤ ਜਿਹੜਾ ਹੈਗਾ ਉਹ ਜਿਹੜਾ ਹੈ ਪ੍ਰਿੰਸੀਪਲਸ ਜਿਹੜੇ ਹੈ ਉਹ ਅਡਾਪਟ ਕੀਤੇ ਜਾ ਸਕਦੇ ਹੈ। ਠੀਕ ਹੈ, ਤਾਂ ਇਹ ਸੀਗਾ ਤੁਹਾਡਾ ਕਨਸੈਪਟ ਆਫ ਪ੍ਰਿੰਸੀਪਲ। ਠੀਕ ਹੈ, ਮੀਨਿੰਗ ਕੀ ਹੁੰਦਾ ਹੈ ਪ੍ਰਿੰਸੀਪਲਸ ਦਾ, ਮੈਨੇਜਮੈਂਟ ਦੇ ਪ੍ਰਿੰਸੀਪਲਸ ਦਾ ਕੀ ਮੀਨਿੰਗ ਹੁੰਦਾ ਕਿ ਉਹ ਗਾਈਡਲਾਈਨਸ ਹੁੰਦੀਆਂ ਨੇ, ਪ੍ਰਿੰਸੀਪਲਸ ਹੁੰਦੇ ਨੇ, ਰੂਲਸ ਹੁੰਦੇ ਨੇ, ਰੈਗੂਲੇਸ਼ਨਸ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਨੂੰ ਮੈਨੇਜਮੈਂਟ ਦੇ ਵਿੱਚ ਕਈ ਸਾਰੇ ਡਿਸੀਜਨਸ ਲੈਣ ਲਈ ਜਾਂ ਪਲੈਨਿੰਗ ਕਰਨ ਦੇ ਵਾਸਤੇ ਜਾਂ ਮੈਨੇਜਮੈਂਟ ਦੇ ਕੰਮ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਔਰ ਇਹ ਮੈਨੇਜਮੈਂਟ ਥਿੰਕਰਸ ਨੇ ਦਿੱਤੇ ਨੇ, ਉਹਨਾਂ ਦੇ ਨਾਮ ਵੀ ਮੈਂ ਤੁਹਾਨੂੰ ਦੱਸ ਦਿੱਤੇ ਹੈ ਤਕਰੀਬਨ। ਠੀਕ ਹੈ, ਹਾਂ, ਇਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਇਹ ਡੈਰਾਈਵ ਕਿਵੇਂ ਹੋਏ। ਠੀਕ ਹੈ, ਡੈਰਾਈਵ ਕਿਵੇਂ ਹੋਏ ਮਤਲਬ ਬਣੇ ਕਿਵੇਂ, ਡੈਰੀਵੇਸ਼ਨ ਆਫ ਮੈਨੇਜਮੈਂਟ ਪ੍ਰਿੰਸੀਪਲਸ ਕਿਵੇਂ ਹੋਈ, ਡੈਰੀਵੇਸ਼ਨ ਕਿਵੇਂ ਮਤਲਬ ਜਿਹੜਾ ਕੋਈ ਰੂਲ ਬਣਦਾ ਹੈ ਉਹ ਕਿਵੇਂ ਬਣ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਨਿਊਟਨ ਦਾ ਲਾਅ ਦੇਖ ਪੜ੍ਹ ਲਿਆ, ਬੜੀ ਵਾਰੀ ਪੜ੍ਹਿਆ ਤੁਸੀਂ ਕਿ ਧਰਤੀ ਜਿਹੜੀ ਹੈ ਹਰ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ, ਖਿੱਚਦੀ ਹੈ। ਠੀਕ ਹੈ, ਉਹ ਬਣਿਆ ਕਿਵੇਂ ਹੋਏਗਾ, ਬਾਰ-ਬਾਰ ਦੇਖਿਆ ਉਹਨਾਂ ਨੇ, ਨਿਊਟਨ ਨੇ, ਕਿ ਜਦੋਂ ਵੀ ਕੋਈ ਚੀਜ਼ ਉੱਪਰ ਗੇੜਦੇ ਆ ਉਹ ਨੀਚੇ ਆਉਂਦੀ ਹੈ, ਜਦੋਂ ਵੀ ਕੋਈ ਚੀਜ਼ ਉੱਪਰ ਗੇੜਦੇ ਆ ਉਹਨੇ ਬਾਰ-ਬਾਰ ਛੋਟੀਆਂ ਵੱਡੀਆਂ ਹਰ ਚੀਜ਼ਾਂ ਨੂੰ ਜਿਹੜਾ ਹੈ ਕਰਕੇ ਦੇਖਿਆ ਹੋਏਗਾ। ਬਹੁਤ ਵਾਰੀ ਉਹਨੂੰ ਪਹਿਲਾਂ ਤਾਂ ਓਬਜ਼ਰਵ ਕੀਤਾ, ਦੇਖਿਆ ਵੀ ਇਸ ਤਰ੍ਹਾਂ ਹੁੰਦਾ, ਫਿਰ ਉਹਨੇ ਐਕਸਪੈਰੀਮੈਂਟਸ ਕਰਕੇ ਦੇਖੇ, ਤਾਂ ਫਿਰ ਜਿਹੜਾ ਉਹਨੇ ਲਾਅ ਆਫ ਗ੍ਰੈਵਿਟੀ ਜਿਹੜਾ ਹੈਗਾ ਉਹ ਬਣਾ ਦਿੱਤਾ। ਠੀਕ ਹੈ, ਬਿਲਕੁਲ ਇਸੇ ਤਰ੍ਹਾਂ ਹੀ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਉਹ ਕਿੱਦਾਂ ਬਣੇ ਨੇ, ਡੈਰੀਵੇਸ਼ਨ ਦਾ ਮਤਲਬ ਹੈ ਵੀ ਬਣੇ ਕਿੱਦਾਂ ਨੇ। ਫਸਟ ਤਾਂ ਉਹ ਓਬਜ਼ਰਵ ਕੀਤਾ ਗਿਆ, ਤੁਹਾਨੂੰ ਮੈਂ ਦੱਸਿਆ ਕਿ ਜਿਹੜੇ ਮੈਨੇਜਮੈਂਟ ਥਿੰਕਰਸ ਨੇ ਉਹਨਾਂ ਨੇ ਲਗਾਤਾਰ ਜਿਹੜਾ ਹੈ ਇਹ ਦੇਖਿਆ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਆਉਂਦੀਆਂ ਨੇ, ਦੇਖਦੇ ਗਏ, ਪਹਿਲਾਂ ਤਾਂ ਬਾਰ-ਬਾਰ ਦੇਖਿਆ ਤੇ ਨਾਲੇ ਪ੍ਰੋਬਲਮਸ ਨੂੰ ਜਦੋਂ ਸੋਲਵ ਕੀਤਾ, ਜਦੋਂ ਇੱਕ ਤਰੀਕੇ ਨਾਲ ਕੀਤਾ ਉਹ ਠੀਕ ਨਹੀਂ ਬੈਠਿਆ, ਦੂਜੇ ਨਾਲ ਕੀਤਾ ਨਹੀਂ ਠੀਕ ਬੈਠਿਆ, ਤੀਜੇ ਨਾਲ ਠੀਕ ਹੋ ਗਿਆ, ਫਿਰ ਉਸਨੂੰ ਬਾਰ-ਬਾਰ ਕਰਕੇ ਦੇਖਿਆ ਗਿਆ ਤਾਂ ਉਹ ਇੱਕ ਪ੍ਰਿੰਸੀਪਲ ਬਣ ਗਿਆ। ਉਹਨਾਂ ਨੇ ਉਸਨੂੰ ਥਿਊਰੀ ਦੇ ਰੂਪ ਵਿੱਚ ਐਕਸਪੀਰੀਅੰਸ ਹੋਇਆ ਉਹਨਾਂ ਨੂੰ, ਤਾਂ ਉਹਨਾਂ ਨੇ ਜਿਹੜਾ ਹੈ ਓਬਜ਼ਰਵ ਕਰਦੇ ਫਿਰ ਉਹਨੂੰ ਉਹਨਾਂ ਨੇ ਪ੍ਰਿੰਸੀਪਲ ਬਣਾ ਦਿੱਤਾ। ਦੂਸਰਾ ਹੈ ਕਿ ਜਦੋਂ ਕੁਝ ਓਬਜ਼ਰਵ ਕੀਤਾ ਗਿਆ ਤਾਂ ਉਹਦੇ ਤੇ ਬਾਰ-ਬਾਰ ਐਕਸਪੈਰੀਮੈਂਟਸ ਕੀਤੇ ਗਏ, ਐਕਸਪੈਰੀਮੈਂਟ ਵੀ ਕਰਕੇ ਦੇਖੇ ਗਏ। ਜਿਵੇਂ ਨਾ ਇੱਕ ਪ੍ਰਿੰਸੀਪਲ ਹੈ, ਤੁਸੀਂ ਹੁਣ ਅੱਗੇ ਜਾ ਕੇ ਪੜੋਗੇ, ਉਹਨੂੰ ਕਹਿੰਦੇ ਨੇ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ, ਪ੍ਰਿੰਸੀਪਲ ਫਾਰ ਯੂਨਿਟੀ ਆਫ ਕਮਾਂਡ। ਠੀਕ ਹੈ, ਤੁਸੀਂ ਇੱਕ ਪ੍ਰਿੰਸੀਪਲ ਜਿਹੜਾ ਮੇਨ ਹੈ ਇਹ ਮੈਨੇਜਮੈਂਟ ਦੇ ਵਿੱਚ ਹੁਣ ਅੱਗੇ ਪੜੋਗੇ। ਠੀਕ ਹੈ, ਨਾਮ ਕੀ ਹੈ ਇਹਦਾ, ਯੂਨਿਟੀ ਆਫ ਕਮਾਂਡ। ਕਮਾਂਡ ਕੀ ਹੁੰਦਾ, ਕਮਾਂਡ ਦੇਣੀ, ਕਮਾਂਡ ਮਤਲਬ ਆਰਡਰ ਦੇਣਾ। ਕਮਾਂਡ ਦਾ ਕੀ ਮਤਲਬ ਹੁੰਦਾ ਬੇਟੇ, ਕੋਈ ਕਮਾਂਡ ਦੇਣੀ, ਕੁਝ ਗਾਈਡ ਕਰਨਾ ਜਾਂ ਕਹਿ ਲਓ ਕਿ ਆਰਡਰ ਕਰਨਾ। ਠੀਕ ਹੈ, ਕਹਿੰਦੇ ਉਹਦੇ ਚ ਯੂਨਿਟੀ ਹੋਣੀ ਚਾਹੀਦੀ ਹੈ। ਇਹਦਾ ਇਹ ਮਤਲਬ ਹੈ, ਯੂਨਿਟੀ ਦਾ ਮਤਲਬ ਇੱਥੇ ਹੋਰ ਕੁਝ ਨਹੀਂ ਹੈ, ਇੱਥੇ ਮੈਨੇਜਮੈਂਟ ਦੇ ਵਿੱਚ ਇਹਦਾ ਇਹ ਮਤਲਬ ਹੈ ਕਿ ਕੋਈ ਵੀ ਇੱਕ ਜਿਹੜਾ ਪਰਸਨ ਹੈ, EMPLOYEE ਹੈ, ਉਹਨੂੰ ਜਿਹੜੇ ਆਰਡਰਸ ਮਿਲਣੇ ਚਾਹੀਦੇ ਨੇ ਉਹ ਇੱਕ ਜਗ੍ਹਾ ਤੋਂ ਮਿਲਣੇ ਚਾਹੀਦੇ ਨੇ। ਸਿਰਫ ਯੂਨਿਟ ਮਤਲਬ ਸਿੰਗਲ, ਇੱਕ ਪਰਸਨ ਤੋਂ ਮਿਲਣੇ ਚਾਹੀਦੇ ਆ। ਯੂਨਿਟੀ ਮਤਲਬ ਯੂਨਿਟ, ਸਿੰਗਲ ਯੂਨਿਟ ਤੋਂ ਮਿਲਣੇ ਚਾਹੀਦੇ ਆ।
ਜਾਂ ਸਿੰਗਲ ਆਫਿਸਰ ਤੋਂ ਮਿਲਣੇ ਚਾਹੀਦੇ ਆ। ਯੂਨਿਟੀ ਆਫ ਕਮਾਂਡ ਦਾ ਇਹ ਮਤਲਬ ਹੈ। ਮੀਨਸ ਕਿ ਜਿਵੇਂ ਤੁਸੀਂ ਸਟੂਡੈਂਟ ਹੋ, ਠੀਕ ਹੈ, ਤੁਹਾਨੂੰ ਆਰਡਰ ਜਿਹੜਾ ਹੈ ਇੱਕ ਟੀਚਰ ਕੁਝ ਹੋਰ ਆ ਕੇ ਕਹਿ ਜੇ, ਪ੍ਰਿੰਸੀਪਲ ਕੁਝ ਹੋਰ ਆ ਕੇ ਕਹਿ ਜੇ, ਕਲਰਕ ਕੁਝ ਹੋਰ ਆ ਕੇ ਕਹਿ ਜੇ, ਠੀਕ ਹੈ। ਇੱਕ ਕੰਮ ਕਲਰਕ ਨੇ ਦੇ ਦਿੱਤਾ ਤੁਹਾਨੂੰ, ਇੱਕ ਟੀਚਰ ਨੇ ਦੇ ਦਿੱਤਾ, ਇੱਕ ਤੁਹਾਨੂੰ ਪ੍ਰਿੰਸੀਪਲ ਨੇ ਦੇ ਦਿੱਤਾ, ਇੱਕ ਕਿਸੇ ਹੋਰ ਟੀਚਰ ਨੇ ਦੇ ਦਿੱਤਾ, ਤਾਂ ਤੁਹਾਨੂੰ ਕਨਫਿਊਜ਼ਨ ਕ੍ਰੀਏਟ ਹੋ ਜਾਏਗੀ ਕਿ ਮੈਂ ਕਿਹਦਾ ਕੰਮ ਪਹਿਲੇ ਕਰਾਂ, ਠੀਕ ਹੈ, ਤੇ ਕਿਹੜਾ ਕਰਾਂ, ਤੇ ਹੋ ਸਕਦਾ ਹੈ ਕੁਝ ਛੁੱਟ ਵੀ ਜਾਵੇ, ਸਾਰੇ ਹੋਣ ਵੀ ਨਾ, ਠੀਕ ਹੈ। ਇਸ ਕਰਕੇ ਮੈਨੇਜਮੈਂਟ ਦੇ ਵਿੱਚ ਇਹ ਦੇਖਿਆ ਗਿਆ ਕਿ ਜੇ ਇੱਕ ਕੋਈ ਸਬੋਰਡੀਨੇਟ ਹੈ ਜਿਹਨੇ ਕੰਮ ਕਰਨੇ ਨੇ, ਉਹਨੂੰ ਜੇ ਜ਼ਿਆਦਾ ਜਗ੍ਹਾ ਤੋਂ ਕਮਾਂਡ ਮਿਲਦੀ ਹੈ ਤਾਂ ਉਹਨੂੰ ਮੁਸ਼ਕਿਲ ਵੀ ਆਉਂਦੀ ਹੈ, ਉਹਨੂੰ ਸਮਝਣ 'ਚ ਵੀ ਪ੍ਰੋਬਲਮ ਆਉਂਦੀ ਹੈ। ਇਸ ਲਈ ਉਹਨੂੰ ਜਿਹੜੀ ਵੀ ਕਮਾਂਡ ਦਿੱਤੀ ਜਾਏਗੀ ਉਹ ਸਿੰਗਲ ਜਗ੍ਹਾ ਤੋਂ ਦਿੱਤੀ ਜਾਏਗੀ। ਦਿਸ ਇਜ਼ ਆ ਪ੍ਰਿੰਸੀਪਲ ਆਫ ਮੈਨੇਜਮੈਂਟ, ਠੀਕ ਹੈ। ਹਾਂਜੀ, ਹੁਣ ਜੇ ਇਹਨੂੰ ਚੈੱਕ ਕਰਨਾ ਹੋਵੇ, ਇਹਦੇ ਐਕਸਪੈਰੀਮੈਂਟ ਕਰਨੇ ਹੋਣ ਇਸੇ ਪ੍ਰਿੰਸੀਪਲ ਦੇ, ਤਾਂ ਫਿਰ ਕੋਈ ਵੀ ਰਿਸਰਚਰ ਹੈ ਜਿਹੜਾ ਸ਼ੋਧਕਰਤਾ ਜਿਹਨੂੰ ਕਹਿੰਦੇ ਆ ਆਪਾਂ, ਜਿਹੜਾ ਕੁਝ ਕੋਈ ਰਿਸਰਚ ਕਰਦਾ ਹੈਗਾ, ਉਹ ਕੀ ਕਰੇਗਾ, ਉਹ ਜਿਹੜਾ ਹੈ ਇੱਕ ਗਰੁੱਪ ਐਸਾ ਲਏਗਾ ਜਿਹਨੂੰ ਸਿਰਫ ਇੱਕ ਜਣਾ ਕੋਈ ਕਮਾਂਡ ਦੇਗਾ, ਤੇ ਦੂਸਰੇ ਗਰੁੱਪ ਨੂੰ ਜਿਹੜਾ ਹੈਗਾ ਜ਼ਿਆਦਾ ਜਣੇ ਜਾਂ 2 ਜਾਂ 3 ਜਣੇ ਉਹਨੂੰ ਕਮਾਂਡ ਕਰੀ ਜਾਣਗੇ। ਤਾਂ ਫਿਰ ਟਾਈਮ ਉਹਨਾਂ ਨੂੰ ਮਹੀਨਾ, 1.5 ਮਹੀਨਾ, 2 ਮਹੀਨੇ ਜਿਹੜੇ ਆ ਉਹਨਾਂ ਤੇ ਦੇਖਿਆ ਜਾਏਗਾ ਕਿ ਕਿਹੜਾ ਗਰੁੱਪ ਵਧੀਆ ਕੰਮ ਕਰਦਾ ਹੈ। ਨੈਚੁਰਲੀ ਜਿਹਨੂੰ ਇੱਕ ਸਾਈਡ ਤੋਂ ਆਰਡਰ ਮਿਲਦੇ ਨੇ ਉਹ ਵਧੀਆ ਕੰਮ ਕਰੇਗਾ, ਠੀਕ ਹੈ, ਤੇ ਜਿਹਨੂੰ 2 ਸਾਈਡ ਤੋਂ ਕੰਮ ਮਿਲਦੇ ਨੇ ਉਹ ਜ਼ਿਆਦਾ ਵਧੀਆ ਕੰਮ ਨਹੀਂ ਕਰੇਗਾ। ਦਿਸ ਇਜ਼ ਐਕਸਪੈਰੀਮੈਂਟਲ ਮੈਥਡ, ਠੀਕ ਹੈ। ਇਸ ਤਰ੍ਹਾਂ ਸਾਰੇ ਜਿੰਨੇ ਵੀ ਪ੍ਰਿੰਸੀਪਲ ਬਣੇ ਨੇ ਉਹਨਾਂ ਤੇ ਐਕਸਪੈਰੀਮੈਂਟਸ ਵੀ ਕੀਤੇ ਗਏ। ਫਿਰ ਜਦੋਂ ਅੱਛੇ ਰਿਜ਼ਲਟ ਆਏ ਤਾਂ ਉਹਨੂੰ ਅਸੀਂ ਪ੍ਰਿੰਸੀਪਲਸ ਦਾ ਨਾਮ ਦੇ ਦਿੱਤਾ, ਤੇ ਤਾਂ ਕਿ ਜਿਹੜੇ ਮੈਨੇਜਮੈਂਟ ਹੈ ਉਹਨਾਂ ਨੂੰ ਜਦੋਂ ਵੀ ਕਦੀ ਲੋੜ ਹੋਵੇ ਕੁਝ ਵੀ ਡਿਸੀਜਨਸ ਲੈਣ ਦੀ, ਪਲੈਨਿੰਗ ਕਰਨ ਦੀ, ਜਾਂ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਇਹਨਾਂ ਪ੍ਰਿੰਸੀਪਲਸ ਨਾਲ ਆਪਣੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸੋਲਵ ਕਰ ਸਕਣ। their work will be easy when they use these principles, okay। ਹਾਂਜੀ, ਹੁਣ ਅਸੀਂ this is all about the concept of management, ਜਾਂ ਕਹ ਲਓ meaning of principles of management, ਠੀਕ ਹੈ। ਹਾਂਜੀ, ਨੈਕਸਟ ਜਿਹੜਾ ਹੈਗਾ ਉਹ ਹੈ ਹੁਣ ਅਸੀਂ ਕੀ ਕਰਨਾ ਹੈਗਾ, ਇਹਦਾ ਨੇਚਰ ਕਰੈਕਟਰਿਸਟਿਕਸ ਆਫ ਮੈਨੇਜਮੈਂਟ ਪ੍ਰਿੰਸੀਪਲਸ, ਕਿ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਹੁੰਦੇ ਨੇ ਉਹਨਾਂ ਦੀ ਨੇਚਰ ਕਿਵੇਂ ਦੀ ਹੁੰਦੀ ਹੈ, ਸੁਭਾਅ ਕਿਵੇਂ ਦਾ ਹੁੰਦਾ ਹੈ, ਉਹਦੇ ਵਿੱਚ ਗੁਣ ਕਿਸ ਤਰ੍ਹਾਂ ਦੇ ਹੁੰਦੇ ਨੇ, ਜਾਂ ਪ੍ਰਿੰਸੀਪਲਸ ਕਿਹੋ ਜਿਹੇ ਹੁੰਦੇ ਨੇ, ਉਹਨਾਂ ਨੂੰ ਚੇਂਜ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ, ਕਿੱਥੇ ਅਪਲਾਈ ਕੀਤਾ ਜਾ ਸਕਦਾ। This is all about the characteristics of a management principle, ਠੀਕ ਹੈ। ਹੁਣ ਆਪਾਂ ਕਰਾਂਗੇ ਇਹਦੇ 'ਚ ਫਸਟ ਪ੍ਰਿੰਸੀਪਲ, ਫਸਟ ਜਿਹੜੀ ਕੈਰੈਕਟਰਿਸਟਿਕ ਹੈ ਉਹ ਹੈ universal application। First is universal application। ਜਿੰਨੇ ਵੀ ਪ੍ਰਿੰਸੀਪਲਸ ਮੈਨੇਜਮੈਂਟ ਦੇ ਹੋਏ ਆ ਨਾ, ਯੂਨੀਵਰਸਲ ਮਤਲਬ ਸਭ ਜਗ੍ਹਾ ਤੇ, ਐਪਲੀਕੇਸ਼ਨ ਮਤਲਬ ਅਪਲਾਈ ਹੋਣਗੇ, ਯੂਨੀਵਰਸਲ ਦੇ ਵਿੱਚ ਅਪਲਾਈ ਹੋਣਗੇ। ਮੀਨਸ ਕਿ ਕੋਈ ਵੀ ਆਰਗੇਨਾਈਜੇਸ਼ਨ ਹੋਵੇ, ਭਾਵੇਂ ਉਹ ਛੋਟੀ ਹੈ, ਵੱਡੀ ਹੈ, ਜਾਂ ਕਿਸੇ ਵੀ ਚੀਜ਼ ਨੂੰ ਬਣਾਉਣ ਵਾਲੀ ਹੈ, ਠੀਕ ਹੈ, ਕਿਉਂਕਿ ਹਰੇਕ ਆਰਗੇਨਾਈਜੇਸ਼ਨ ਸੇਮ ਚੀਜ਼ ਤਾਂ ਬਣਾਉਂਦੀ ਨਹੀਂ, ਸੇਮ ਸਾਈਜ਼ ਦੀ ਵੀ ਨਹੀਂ ਹੁੰਦੀ, ਕੋਈ ਛੋਟੀਆਂ ਹੁੰਦੀਆਂ ਨੇ, ਕੋਈ ਵੱਡੀਆਂ ਹੁੰਦੀਆਂ ਨੇ, ਕੋਈ ਕੱਪੜਾ ਬਣਾਉਂਦੀਆਂ ਨੇ, ਕੋਈ ਫਰਨੀਚਰ ਬਣਾਉਂਦੀਆਂ, ਕੋਈ ਬਰਤਨ ਬਣਾਉਂਦੀਆਂ ਨੇ, ਜਾਂ ਕੋਈ ਹੋਰ ਕੰਮ ਕਰਦੀਆਂ ਨੇ। ਕਿਸੇ ਵੀ ਨੇਚਰ ਦੀ ਕੋਈ ਆਰਗੇਨਾਈਜੇਸ਼ਨ ਹੋ ਸਕਦੀ ਹੈ। ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਉਹ ਅਪਲਾਈ ਹੋ ਸਕਦੇ ਨੇ। ਸੋ ਵੀ ਕੈਨ ਸੇ that the management principles are universally applicable। ਸੈਕਿੰਡ ਜਿਹੜੀ ਇਹਦੀ ਹੈਗੀ ਹੈ ਉਹ ਹੈ provide guidelines to the management। ਜਿਹੜੀਆਂ ਮੈਨੇਜਮੈਂਟ ਦੇ ਪ੍ਰਿੰਸੀਪਲਸ ਹੁੰਦੇ ਨੇ ਉਹ ਗਾਈਡਲਾਈਨਸ ਪ੍ਰੋਵਾਈਡ ਕਰਦੇ ਨੇ ਮੈਨੇਜਮੈਂਟ ਨੂੰ, ਠੀਕ ਹੈ। ਕਿ ਜਿਹੜੇ ਵੈਸੇ ਵੀ ਪ੍ਰਿੰਸੀਪਲ ਜਿਹੜੇ ਮੈਨੇਜਮੈਂਟ ਦੇ ਬਣਾਏ ਗਏ ਨੇ ਉਹ ਖਾਸ ਕਰਕੇ ਇਸੇ ਕਰਕੇ ਬਣਾਏ ਗਏ ਨੇ ਕਿ ਮੈਨੇਜਮੈਂਟ ਨੂੰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਈਜ਼ੀਲੀ ਜਿਹੜਾ ਹੈ ਉਹ ਸੋਲਵ ਕਰ ਸਕਣ। ਇਸ ਕਰਕੇ ਜਿਹੜਾ ਹੈ ਮੈਨੇਜਮੈਂਟ ਦੇ ਪ੍ਰਿੰਸੀਪਲਸ ਆਪਾਂ ਨੂੰ ਜਾਂ ਮੈਨੇਜਰਸ ਨੂੰ ਗਾਈਡ ਕਰਦੇ ਆ ਬੇਟਾ। ਮੈਨੇਜਮੈਂਟ ਦੇ ਪ੍ਰਿੰਸੀਪਲਸ ਜਿਹੜੇ ਹੈਗੇ ਨੇ
ਮੈਨੇਜਰਸ ਨੂੰ ਗਾਈਡ ਕਰਦੇ ਨੇ, ਗਾਈਡਲਾਈਨਸ ਦਿੰਦੇ ਨੇ ਕਿਸੇ ਵੀ ਕੰਮ ਦੇ ਸੰਬੰਧ ਚ, ਜੋ ਵੀ ਉਹਨਾਂ ਨੇ ਕਰਨਾ ਹੈ, ਤਾਂ ਉਹ ਪ੍ਰਿੰਸੀਪਲਸ ਜਿਹੜੇ ਨੇ ਉਹਨਾਂ ਤੋਂ ਉਹਨਾਂ ਨੂੰ ਗਾਈਡੈਂਸ ਮਿਲ ਜਾਂਦੀ ਹੈ ਤੇ ਉਹ ਆਪਣਾ ਕੰਮ ਜਿਹੜਾ ਹੈਗਾ ਫਿਰ ਈਜ਼ੀਲੀ ਕਰ ਪਾਉਂਦੇ ਨੇ। ਠੀਕ ਹੈ, ਨੈਕਸਟ ਜਿਹੜੀ ਥਰਡ ਤੁਹਾਡੀ ਹੈਗੀ ਹੈ, ਹਾਂਜੀ, ਥਰਡ ਜਿਹੜੀ ਤੁਹਾਡੀ ਹੈਗੀ ਹੈ ਉਹ ਹੈ cause and effect, cause and effect relationship। ਬੇਟੇ ਪ੍ਰਿੰਸੀਪਲ ਹਮੇਸ਼ਾ ਹੁੰਦੇ ਹੀ ਇਸ ਤਰ੍ਹਾਂ ਨੇ ਵੀ ਪਹਿਲਾਂ ਕੋਈ ਕਾਰਨ ਬਣਦਾ ਹੈ, ਫਿਰ ਅਸੀਂ ਇਹਦੇ ਆਪਾਂ ਨੂੰ ਪਤਾ ਹੁੰਦਾ ਹੈ ਕਿ ਵੀ ਜੋ ਵੀ ਕੁਝ ਘਟਨਾ ਵਾਪਰੀ ਹੈ ਹੁਣ ਇਹਦਾ ਅਸਰ ਕੀ ਹੋਣ ਵਾਲਾ ਹੈ। ਠੀਕ ਹੈ, ਇਹਨੂੰ ਕਹਿੰਦੇ ਨੇ cause and effect relationship। ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਨਾ, ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਜਿਵੇਂ ਅਪਲਾਈ ਕਰਾਂਗੇ ਆਪਾਂ ਨੂੰ ਪਤਾ ਹੈ ਕਿ ਹੁਣ ਇਹਦਾ ਰਿਜ਼ਲਟ ਕੀ ਆਉਣ ਵਾਲਾ ਹੈ। ਠੀਕ ਹੈ, ਕਿਉਂਕਿ ਯੂਨੀਵਰਸਲੀ ਐਪਲੀਕੇਬਲ ਨੇ ਔਰ ਗਾਈਡਲਾਈਨਸ ਪ੍ਰੋਵਾਈਡ ਕਰਦੇ ਨੇ, ਤਾਂ ਮੈਨੇਜਮੈਂਟ ਦੇ ਜਿੰਨੇ ਵੀ ਕੰਮ ਹੋਣਗੇ ਉਹਨਾਂ ਦੇ ਵਿੱਚ ਹੈਲਪਫੁਲ ਹੋਣਗੇ। ਤਾਂ ਫਿਰ ਮੈਨੇਜਮੈਂਟ ਨੂੰ ਪਤਾ ਹੋਏਗਾ ਕਿ ਅਸੀਂ ਇਸ ਪ੍ਰਿੰਸੀਪਲ ਨੂੰ ਯੂਜ਼ ਕਰ ਰਹੇ ਹਾਂ ਤਾਂ ਪਰਫੈਕਟਲੀ ਜੋ ਰਿਜ਼ਲਟ ਆਉਣ ਵਾਲਾ ਹੈ ਉਹ ਉਹਨਾਂ ਨੂੰ ਆਲਰੇਡੀ ਪਤਾ ਹੁੰਦਾ ਹੈ, ਕਿਉਂਕਿ ਇਹ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਅਸੀਂ ਅਪਲਾਈ ਕਰਾਂਗੇ ਰਿਜ਼ਲਟ ਜਿਹੜਾ ਫਿਰ ਸਾਨੂੰ ਆਲਰੇਡੀ ਇਹਦੇ ਵਿੱਚ ਪਤਾ ਹੁੰਦਾ ਹੈ ਕਿ ਕੀ ਆਏਗਾ। ਹਾਂਜੀ, ਨੈਕਸਟ ਜਿਹੜਾ ਹੈਗਾ ਇਹ ਤਾਂ ਤੁਹਾਡੇ ਮਤਲਬ ਇਹ ਸਾਰੇ ਕਰੈਕਟਰਿਸਟਿਕਸ ਜਿਹੜੇ ਨੇ ਉਹਨਾਂ ਦੀ ਪਿਕਚਰ ਜੀ ਬਣਾ ਕੇ ਦਿੱਤੀ ਹੋਈ ਹੈ, ਕਰੈਕਟਰਿਸਟਿਕਸ ਆਫ ਮੈਨੇਜਮੈਂਟ ਦੀ। ਠੀਕ ਹੈ, ਆਪਾਂ ਜਿਹੜਾ ਫੋਰਥ ਹੈ ਉਹ ਕਰਦੇ ਹਾਂ ਵੀ ਜਿਹੜੇ ਪ੍ਰਿੰਸੀਪਲਸ ਨੇ, ਫੋਰਥ ਤੁਹਾਡਾ ਕੀ ਹੈ, formed by practice and experiments। ਜਿੰਨੇ ਵੀ ਮੈਨੇਜਮੈਂਟ ਦੇ ਪ੍ਰਿੰਸੀਪਲਸ ਬਣੇ ਨੇ ਬੇਟਾ, ਉਹ ਕਿਵੇਂ ਬਣੇ ਨੇ, ਫਾਰਮਡ ਕਿੱਦਾਂ ਬਣੇ ਨੇ, ਪ੍ਰੈਕਟਿਸ ਤੇ ਐਕਸਪੈਰੀਮੈਂਟਸ ਨਾਲ ਬਣੇ ਨੇ। ਕਿਉਂਕਿ ਮੈਂ ਜਿਨ੍ਹਾਂ ਦੀ ਗੱਲ ਕਰ ਰਹੀ ਹਾਂ ਤੁਹਾਨੂੰ FW ਟੇਲਰ ਜਾਂ ਫਿਓਲ ਹੈ। ਠੀਕ ਹੈ, ਇਹ ਜਿਹੜੇ ਨੇ ਇਹਨਾਂ ਨੇ ਬਹੁਤ ਐਕਸਪੈਰੀਮੈਂਟਸ ਕੀਤੇ, ਬਹੁਤ ਪ੍ਰੈਕਟਿਸ ਕੀਤੀ, ਬਹੁਤ ਦੇਰ ਤੱਕ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਮੈਨੇਜ ਕੀਤਾ, ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਹੋ ਗਈ। ਠੀਕ ਹੈ, ਫਿਰ ਇਹਨਾਂ ਨੇ ਐਕਸਪੈਰੀਮੈਂਟਸ ਵੀ ਕੀਤੇ ਉਹਨਾਂ ਤੇ, ਜਿਹੜੇ ਇਹਨਾਂ ਨੇ ਰੂਲ ਬਣਾਏ, ਤਾਂ ਉਹ ਜਦੋਂ ਫਿਰ ਯੂਨੀਵਰਸਲੀ ਐਪਲੀਕੇਬਲ ਹੋ ਗਏ, ਉਹਨਾਂ ਦੇ ਰਿਜ਼ਲਟ ਸੇਮ ਹਰ ਵਾਰੀ ਆਉਣ ਲੱਗ ਗਏ, ਤਾਂ ਉਹਨਾਂ ਨੇ ਬਣਾਏ ਨੇ। ਮਤਲਬ ਇਹ ਪ੍ਰਿੰਸੀਪਲ ਇਸ ਤਰ੍ਹਾਂ ਨਹੀਂ ਬਣੇ, ਇਹ ਪ੍ਰੈਕਟਿਸ ਤੇ ਐਕਸਪੈਰੀਮੈਂਟਸ ਦੇ ਨਾਲ ਹੀ ਬਣੇ ਨੇ। ਬਟ ਇਹਨਾਂ ਦੇ ਵਿੱਚ ਇੱਕ ਫਿਫਥ ਜਿਹੜਾ ਹੈਗਾ ਕਰੈਕਟਰਿਸਟਿਕ ਉਹ ਹੈ ਫਲੈਕਸੀਬਿਲਿਟੀ। ਫਲੈਕਸੀਬਲ ਮਤਲਬ ਜਿਹਨੂੰ ਅਸੀਂ ਚੇਂਜ ਕਰ ਸਕੀਏ। ਔਰ ਮਜ਼ੇਦਾਰ ਚੀਜ਼ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਦੀ ਹੈ ਉਹ ਇਹ ਹੈਗੀ ਹੈ ਕਿ ਤੁਸੀਂ ਆਪਣੀ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਇਹਨੂੰ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰ ਸਕਦੇ ਹੋ, ਥੋੜਾ ਬਹੁਤ ਚੇਂਜ ਕਰਕੇ। ਠੀਕ ਹੈ, ਪ੍ਰਿੰਸੀਪਲਸ ਉਹੀ ਰਹਿੰਦੇ ਨੇ, ਥੋੜੀ ਚੇਂਜ ਆਪਣੀ ਜਿਹੜੀ ਇੰਸਟੀਟਿਊਸ਼ਨ ਹੈ ਉਹਦੇ ਹਿਸਾਬ ਨਾਲ ਚੇਂਜ ਕਰਕੇ ਬੜੀ ਈਜ਼ੀਲੀ, ਜਿਸ ਤਰ੍ਹਾਂ ਦਾ ਵੀ ਤੁਹਾਡਾ ਬਿਜ਼ਨਸ ਦਾ এনवायरमेंट ਹੈ, ਤੁਸੀਂ ਇਸ ਨੂੰ ਚੇਂਜ ਕਰਕੇ ਯੂਜ਼ ਕਰ ਸਕਦੇ ਹੋ। ਠੀਕ ਹੈ, ਔਰ ਇਹ ਕਿਸੇ ਨਾ ਕਿਸੇ ਸਿਚੁਏਸ਼ਨ ਬੇਸਡ ਹੁੰਦੇ ਨੇ, ਜੋ ਵੀ ਤੁਹਾਨੂੰ ਸਿਚੁਏਸ਼ਨ ਤੁਹਾਡੇ ਸਾਹਮਣੇ ਆ ਰਹੀ ਹੈ ਉਹਨੂੰ ਸੋਲਵ ਕਰਨ ਵਾਸਤੇ ਹੁੰਦੇ ਨੇ। ਠੀਕ ਹੈ, ਰਿਲੇਟਿਵ ਦਾ ਮਤਲਬ ਹੈ ਕਿ ਤੁਸੀਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਤੁਸੀਂ ਉਹਦੇ ਨਾਲ ਰਿਲੇਟਡ ਜਿਹੜਾ ਵੀ ਰੂਲ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਇਸ ਤਰ੍ਹਾਂ ਵੀ ਹੈ ਕਿ ਕਈ ਵਾਰੀ ਸੇਮ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਤੁਹਾਨੂੰ ਅਲੱਗ-ਅਲੱਗ ਪ੍ਰਿੰਸੀਪਲ ਜਿਹੜੇ ਨੇ ਮੈਨੇਜਮੈਂਟ ਦੇ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਡਿਫਰੈਂਟ ਵੇ ਦੇ ਨਾਲ ਆਪਣਾ ਜਿਹੜਾ ਹੈ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ। ਠੀਕ ਹੈ, ਔਰ ਸਾਰੇ ਹੀ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਦੇ ਆਰ ਇਕੁਅਲੀ ਇੰਪੋਰਟੈਂਟ। ਠੀਕ ਹੈ, ਸਭ ਦੀ ਆਪਣੀ ਆਪਣੀ ਇੰਪੋਰਟੈਂਸ ਹੈ, ਸਾਰੇ ਵਧੀਆ ਨੇ ਔਰ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ। ਠੀਕ ਹੈ, ਜਿਹੜੀ ਨੈਕਸਟ ਹੈ ਉਹ ਹੈ ਇਨਫਲੂਐਂਸਿੰਗ ਹਿਊਮਨ ਬਿਹੇਵੀਅਰ। ਬੇਟੇ ਇਹ ਬਹੁਤ ਜਿਹੜੀ ਹੈਗੀ ਹੈ ਥੋੜੀ ਇਹਦੇ ਵਿੱਚ ਹੈਗਾ ਕਿ ਜਿਸ ਤਰ੍ਹਾਂ ਕਿ ਸਾਇੰਸ ਦੇ ਜਿਹੜੇ ਪ੍ਰਿੰਸੀਪਲਸ ਹੁੰਦੇ ਨੇ ਉਹਨਾਂ ਦਾ ਰਿਜ਼ਲਟ ਹਰ ਵਾਰੀ ਸੇਮ ਆਏਗਾ, ਲੇਕਿਨ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਉਹਨਾਂ ਨੇ ਕਿਉਂਕਿ ਸਿਰਫ ਤੇ ਸਿਰਫ ਹਿਊਮਨ ਬੀਇੰਗਸ ਤੇ ਅਪਲਾਈ ਹੋਣਾ ਹੁੰਦਾ ਹੈ, ਕਿਉਂਕਿ EMPLOYEES ਦੇ ਉੱਤੇ ਅਸੀਂ ਉਹਨਾਂ ਨੂੰ ਅਪਲਾਈ ਕਰਨਾ ਹੈ। ਬੇਟੇ EMPLOYEES ਕੌਣ ਨੇ? ਹਿਊਮਨ ਬੀਇੰਗਸ ਨੇ। ਹਿਊਮਨ ਬੀਇੰਗਸ ਦਾ ਬਿਹੇਵੀਅਰ ਹਰ ਵਾਰੀ ਅਲੱਗ-ਅਲੱਗ ਹੁੰਦਾ, ਕੋਈ ਵੀ ਟੂ ਹਿਊਮਨਸ ਬੀਇੰਗਸ ਜਿਹੜੇ ਆ ਉਹ ਸੇਮ ਤਰ੍ਹਾਂ ਨਾਲ ਰਿਐਕਟ ਨਹੀਂ ਕਰਦੇ। ਠੀਕ ਹੈ, ਤੁਸੀਂ ਦੇਖਿਆ ਹੀ ਹੈ ਕਿ ਤੁਸੀਂ ਹੁਣ ਕਾਫੀ 16-17 ਸਾਲਾਂ ਦੇ ਹੋ ਚੱਲੇ ਹੋ। ਠੀਕ ਹੈ,
ਤਾਂ ਇਹਨਾਂ ਤੁਸੀਂ ਦੇਖਿਆ ਕਿ ਹਰ ਬੰਦਾ ਵੱਖਰੀ ਕਿਸਮ ਦਾ, ਤੁਸੀਂ ਕਲਾਸ ਦੇ ਵਿੱਚ ਵੀ ਦੇਖੋਗੇ ਕਿ ਜੇ 10 ਬੱਚੇ ਨੇ 10ਾਂ ਦਾ ਵਿਊ ਵੱਖਰਾ ਵੱਖਰਾ ਹੋਏਗਾ, ਠੀਕ ਹੈ। ਇੱਕ ਕਹੇਗਾ ਕਿ ਇਹ ਚੀਜ਼ ਠੀਕ ਹੈ, ਦੂਸਰਾ ਕਹੇਗਾ ਨਹੀਂ ਠੀਕ ਹੈ, ਕੋਈ ਕਹੇਗਾ ਥੋੜੀ ਠੀਕ ਹੈ, ਕੋਈ ਕਹੇਗਾ ਬਹੁਤ ਹੀ ਠੀਕ ਹੈਗੀ ਹੈ। ਮਤਲਬ ਹਰੇਕ ਦਾ ਆਪਣਾ ਆਪਣਾ ਦਿਮਾਗ ਹੈ, ਆਪਣਾ ਆਪਣਾ ਬਿਹੇਵੀਅਰ ਹੈ। ਸੇਮ ਜਿਹੜਾ ਹੈ ਮੈਨੇਜਮੈਂਟ ਦੇ ਵਿੱਚ ਜਿੰਨੇ ਵੀ ਪ੍ਰਿੰਸੀਪਲਸ ਨੇ ਉਹ ਅਸੀਂ ਕਿਉਂਕਿ ਹਿਊਮਨ ਬੀਇੰਗਸ ਦੇ ਉੱਤੇ ਅਪਲਾਈ ਕਰਨੇ ਨੇ, ਸਭ ਦਾ ਬਿਹੇਵੀਅਰ ਵੱਖਰਾ ਵੱਖਰਾ ਹੈ, ਤੇ ਅਸੀਂ ਜਦੋਂ ਅਪਲਾਈ ਕਰਦੇ ਹਾਂ ਤਾਂ ਕੁਝ ਡਿਫਰੈਂਸਿਸ ਜ਼ਰੂਰ ਰਹਿ ਜਾਂਦੇ ਨੇ, ਕਿਉਂਕਿ ਹਿਊਮਨ ਬੀਇੰਗਸ ਤੇ ਲੱਗਦੇ ਨੇ, ਅਪਲਾਈ ਹੁੰਦੇ ਨੇ। ਤਾਂ ਹਿਊਮਨ ਬੀਇੰਗਸ ਜਿਹੜੇ ਅਲੱਗ-ਅਲੱਗ ਤਰ੍ਹਾਂ ਨਾਲ ਜਿਹੜਾ ਹੈਗਾ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਰਿਐਕਟ ਕਰਦੇ ਨੇ। ਇਸ ਕਰਕੇ ਜਿਹੜਾ ਹੈਗਾ ਹਿਊਮਨ ਬੀਇੰਗਸ ਜਿਹੜੇ ਨੇ ਅਲੱਗ-ਅਲੱਗ ਤਰ੍ਹਾਂ ਨਾਲ ਰਿਐਕਟ ਕਰਦੇ ਨੇ, ਉਸ ਕਰਕੇ ਜਿਹੜਾ ਹੈਗਾ ਰਿਜ਼ਲਟਸ ਕਈ ਵਾਰੀ ਜਿਹੜੇ ਹੈਗੇ ਡਿਫਰੈਂਟ ਵੀ ਆ ਸਕਦੇ ਨੇ। ਔਰ ਇਹ ਸਾਰਾ ਕੁਝ ਪ੍ਰਿੰਸੀਪਲਸ, ਬਟ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਪ੍ਰਿੰਸੀਪਲਸ ਨੂੰ ਅਪਲਾਈ ਨਹੀਂ ਕਰਨਾ, ਫਿਰ ਵੀ ਸੇਮ ਪ੍ਰਿੰਸੀਪਲ ਸਾਰੇ ਬੰਦਿਆਂ ਤੇ ਅਪਲਾਈ ਕੀਤੇ ਜਾਂਦੇ ਨੇ, ਭਾਵੇਂ ਜਿਹੜਾ ਹੈਗਾ ਹਿਊਮਨ ਬੀਇੰਗਸ ਜਿਹੜੇ ਆ ਡਿਫਰੈਂਟਲੀ ਜਿਹੜਾ ਹੈਗਾ ਰਿਐਕਟ ਕਰਦੇ ਨੇ, ਠੀਕ ਹੈ, ਬਟ ਫਿਰ ਵੀ ਇਹ ਐਪਲੀਕੇਬਲ ਨੇ ਔਰ ਯੂਜ਼ਫੁਲ ਨੇ। ਹਾਂਜੀ, ਲਾਸਟ ਕਰੈਕਟਰਿਸਟਿਕ ਕੀ ਹੈ ਤੁਹਾਡੀ? ਮਿਕਸ ਆਫ ਪ੍ਰਿੰਸੀਪਲਸ ਫਾਰ ਬੈਟਰ ਰਿਜ਼ਲਟਸ। ਮਿਕਸ ਆਫ ਪ੍ਰਿੰਸੀਪਲਸ ਫਾਰ ਬੈਟਰ ਰਿਜ਼ਲਟਸ, ਕਿ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਕੀ ਕਰੋ ਤੁਸੀਂ ਮਿਕਸ ਕਰਕੇ ਯੂਜ਼ ਕਰ ਲਓ, ਮਿਕਸ ਕਰਕੇ ਯੂਜ਼ ਕਰ ਲਓ। ਬਹੁਤ ਸਾਰੇ ਪ੍ਰਿੰਸੀਪਲਸ ਨੇ ਬੇਟੇ, ਅਸੀਂ ਹੁਣ ਕੱਲ ਤੋਂ ਇਹਨਾਂ ਦੇ ਪ੍ਰਿੰਸੀਪਲਸ ਹੀ ਪੜਾਂਗੇ। ਪ੍ਰਿੰਸੀਪਲਸ ਬਹੁਤ ਸਾਰੇ ਨੇ, ਜੈਸੇ ਕਿ ਹੈਨਰੀ ਫਿਓਲ ਨੇ ਜਿਹੜਾ ਹੈਗਾ 14 ਪ੍ਰਿੰਸੀਪਲਸ ਦਿੱਤੇ ਨੇ। ਅਸੀਂ ਕੀ ਕਰ ਸਕਦੇ ਹਾਂ, ਸਾਰੇ ਪ੍ਰਿੰਸੀਪਲਸ ਨੂੰ ਜਿਹੜਾ ਹੈਗਾ ਮਿਕਸ ਕਰਕੇ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਤਾਂ ਬੈਟਰ ਜਿਹੜਾ ਹੈ, ਕਿਉਂਕਿ ਹਰੇਕ ਆਰਗੇਨਾਈਜੇਸ਼ਨ ਇੱਕ ਵੱਖਰੀ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੁੰਦੀ ਹੈ, ਤਾਂ ਮੈਂ ਮਤਲਬ ਕੋਈ ਛੋਟੀ ਹੈ, ਕੋਈ ਵੱਡੀ ਹੈ, ਕਿਸੇ ਦਾ ਕੰਮ ਕਿਸ ਤਰ੍ਹਾਂ ਦਾ, ਕਿਸੇ ਦਾ ਕਿਸ ਤਰ੍ਹਾਂ ਦਾ, ਤਾਂ ਜਿਹੜੇ ਵੀ ਪ੍ਰਿੰਸੀਪਲਸ ਤੁਹਾਨੂੰ ਲੱਗਦੇ ਨੇ ਕਿ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਅਪਲਾਈ ਹੋ ਸਕਦੇ ਨੇ, ਤੁਸੀਂ ਉਹਨਾਂ ਨੂੰ ਮਿਕਸ ਕਰਕੇ ਜੇ ਤੁਸੀਂ ਯੂਜ਼ ਕਰੋ ਤਾਂ ਜਿਹੜੇ ਤੁਹਾਡੇ ਸਕੇਅਰਸ ਰਿਸੋਰਸਿਸ ਨੇ, ਸਕੇਅਰਸ ਰਿਸੋਰਸਿਸ ਦਾ ਮਤਲਬ ਹੁੰਦਾ ਥੋੜੇ ਰਿਸੋਰਸਿਸ ਹੈਗੇ ਆ, ਤੁਸੀਂ ਉਹਨਾਂ ਤੋਂ ਹੀ ਬਹੁਤ ਹੀ ਯੂਜ਼ਫੁਲ ਔਰ ਬੈਟਰ ਜਿਹੜੇ ਆ ਰਿਜ਼ਲਟਸ ਜਿਹੜੇ ਆ ਉਹ ਪ੍ਰਾਪਤ ਕਰ ਸਕਦੇ ਹੋ, ਤੇ ਜਿਹੜੇ ਵਰਕਰਸ ਨੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਬਹੁਤ ਬੈਟਰ ਜਿਹੜੀ ਹੈਗੀ ਆ ਉਹ ਕੀਤੀ ਜਾ ਸਕਦੀ ਹੈ। ਸੋ ਦਿਸ ਵਾਜ਼ all about your principles of management concept and their practice.